ਤੁਸੀਂ ਪੰਜਾਬ ਦਾ ਭਵਿੱਖ ਕੀ ਦੇਖਦੇ ਹੋ, ਕਿੱਧਰ ਨੂੰ ਜਾ ਰਿਹਾ ਪੰਜਾਬ? ਇੱਥੋਂ ਤੱਕ ਸਿੱਖਾਂ ਨੂੰ ਪਹੁੰਚਾਤਾ ਹੈ ਕਿ ਅਸੀਂ ਹੁਣ ਮਜਬੂਰ ਹਾਂ ਕਿ ਆਪਣੇ ਮਜ਼ਹਬ ਦੀ ਰੱਖਿਆ ਕਰਨ ਦੇ ਲਈ ਅਸੀਂ ਸ਼ਸਤਰਧਾਰੀ ਹੋ ਕੇ ਗੁਰੂ ਮਹਾਰਾਜ ਨੂੰ ਬਚਾਈਏ ਕਿਸੇ ਨਾ ਕਿਸੇ ਤਰ੍ਹਾਂ। ਤਾਂ BSF ਲਾ ਤੇ ਇੱਕ ਪੰਜਾਬੀ ਨੂੰ ਵੀ ਉਹਨਾਂ ਨੇ ਸਕੂਲਾਂ ਦੇ ਵਿੱਚੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹੈ। BSF ਇੱਥੇ ਨਹੀਂ ਆ ਸਕਦੀ ਜਿੰਨਾ ਚਿਰ ਇਹ ਪੂਰੀ ਕੈਬਨਿਟ ਦਾ ਫੈਸਲਾ ਨਾ ਹੋਵੇ। BJP ਦੇ ਜਿੰਨੇ ਵੀ ਇੱਥੇ ਲੀਡਰ ਹੈ ਜਿਨ੍ਹਾਂ ਨੇ ਸੁਰੱਖਿਆ ਲਈ ਹੋਈ ਹੈ ਪੁਲਿਸ ਦੀ, ਉਹ ਵਾਪਸ ਕਰ ਦੇਣੀ ਚਾਹੀਦੀ ਹੈ, ਕਿਉਂ ਕਰਕੇ ਹੁਣ ਸੁਰੱਖਿਆ ਤਾਂ ਪੂਰੀ ਹੋ ਗਈ, BSF ਆ ਗਈ ਹੈ। ਸਾਰਾ ਮਸਲਾ ਹੀ ਬਰਗਾੜੀ ਦਾ ਹੈ ਅਤੇ ਬਰਗਾੜੀ ਦਾ ਮਸਲਾ ਕਿਉਂ ਨਹੀਂ ਅਰੈਸਟ ਕਰਦੇ ਬਾਦਲ ਨੂੰ, ਸੁਖਬੀਰ ਸਿੰਘ ਨੂੰ, ਸਾਧ ਨੂੰ ਅਤੇ ਸਮੇਤ ਸੈਣੀ ਨੂੰ। ਤਫਤੀਸ਼ ਕਹਿੰਦੀ ਹੈ ਕਿ ਸੁਖਬੀਰ ਸਿੰਘ ਅਤੇ ਬਾਦਲ ਨੇ ਇਹ ਸਾਰਾ ਕੁਝ ਕਰਾਇਆ ਹੈ ਪ੍ਰੇਮੀਆਂ ਦੀਆਂ ਵੋਟਾਂ ਲੈਣ ਦੇ ਲਈ। ਹੁਣ ਮੋਰਚੇ 'ਚ ਬੈਠੇ 114 ਦਿਨਾਂ ਦੇ, ਘਰ ਨਹੀਂ ਦੇਖਿਆ, ਅੱਜ ਪਹਿਲੀ ਵਾਰੀ ਦੇਖਿਆ ਇੰਨੇ ਦਿਨਾਂ 'ਚ, ਅਤੇ ਫਿਰ ਹੁਣ ਕੋਸ਼ਿਸ਼ ਕਰੀ ਜਾਂਦੇ ਆ ਸਿੱਖ ਕੌਮ ਦੇ ਲਈ। ਜੇ ਸਿੱਖ ਕੌਮ ਨਹੀਂ ਵੋਟ ਦਿੰਦੀ ਫਿਰ ਉਹ ਸਾਡਾ ਕਸੂਰ ਤਾਂ ਨਹੀਂ ਹੈ। ਤੁਸੀਂ ਵੇਖ ਰਹੇ ਹੋ ਦਾ ਅਨਮਿਊਟ, ਮੈਂ ਰਣਦੀਪ ਸਿੰਘ। ਪੰਜਾਬ ਦੀ ਗੱਲ ਕੀਤੀ ਜਾਏ ਤਾਂ ਪੰਜਾਬ ਦੇ ਲੀਡਰਾਂ ਦੀਆਂ ਕਾਰਗੁਜ਼ਾਰੀਆਂ ਨੂੰ ਦੇਖਦਿਆਂ ਹੋਇਆਂ ਪੰਜਾਬੀ ਲੋਕ ਲਗਾਤਾਰ ਚਰਚਾ ਕਰ ਰਹੇ ਨੇ ਪੰਜਾਬ ਦੇ ਭਵਿੱਖ ਦਾ ਕੀ ਹੋਏਗਾ। ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਕੋਈ ਇਨਸਾਫ ਨਹੀਂ ਮਿਲਿਆ। ਉਸ ਤੋਂ ਇਲਾਵਾ ਲਗਾਤਾਰ ਇਹ ਘਟਨਾਵਾਂ ਵਾਪਰ ਰਹੀਆਂ ਨੇ, ਇਨਸਾਫ ਹਾਲੇ ਵੀ ਨਹੀਂ ਮਿਲ ਰਿਹਾ। ਹੋਰ ਵੀ ਬਹੁਤ ਸਾਰੇ ਪੰਜਾਬ ਦੇ ਮਸਲੇ ਨੇ। ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਚੱਲ ਰਿਹਾ ਹੈ। ਪੰਜਾਬ ਦੇ ਮੁੱਦਿਆਂ ਦੇ ਵੱਲ ਕਿਸੇ ਦਾ ਧਿਆਨ ਨਹੀਂ। ਆਖਰਕਾਰ ਪੰਜਾਬ ਕਿੱਥੇ ਜਾਏਗਾ, ਕਿੱਧਰ ਨੂੰ ਜਾ ਰਿਹਾ? ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਮੌਜੂਦ ਨੇ। ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਧਾਨ ਸਾਹਿਬ, ਪੰਜਾਬ ਦੀ ਗੱਲ ਕਰੀਏ, ਤੁਸੀਂ ਪੰਜਾਬ ਦਾ ਭਵਿੱਖ ਕੀ ਦੇਖਦੇ ਹੋ, ਕਿੱਧਰ ਨੂੰ ਜਾ ਰਿਹਾ ਪੰਜਾਬ? ਕਿਉਂਕਿ ਲਗਾਤਾਰ ਪਿਛਲੇ ਸਮੇਂ ਤੋਂ ਦੇਖੀਏ ਤਾਂ 4.5 ਸਾਲ ਹੋ ਗਏ ਕੈਪਟਨ ਸਾਹਿਬ ਨੇ ਵਾਗਡੋਰ ਸੰਭਾਲੀ ਸੀ ਪੰਜਾਬ ਦੀ, ਉਹਨਾਂ ਦੀ ਕੁਰਸੀ ਖਿਸਕ ਗਈ ਹੈ। ਹੁਣ ਚੰਨੀ ਸਾਹਿਬ ਆ ਗਏ ਨੇ। ਕਾਟੋ ਕਲੇਸ਼ ਉਸੇ ਤਰ੍ਹਾਂ ਬਣਿਆ ਹੋਇਆ। ਲੋਕਾਂ ਦੇ ਜਿਹੜੇ ਮੁੱਦੇ ਨੇ, ਚਾਹੇ ਉਹ ਬੇਅਦਬੀ ਦਾ ਮੁੱਦਾ ਸੀ, ਨਸ਼ਾ ਤੋੜਨ ਦੀ ਗੱਲ ਕੀਤੀ ਗਈ, ਉਹ ਇਨਸਾਫ ਕਿਸੇ ਨੂੰ ਮਿਲਿਆ ਨਹੀਂ। ਸਰ ਸਾਹਿਬ, ਵੱਡੀ ਗੱਲ ਇਹ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ ਅਤੇ ਇੱਕ ਵੱਖਰਾ ਮਜ਼ਹਬ ਹੈ। ਗੁਰੂ ਨਾਨਕ ਸਾਹਿਬ ਦਾ ਹੁਕਮ ਹੈ, ਨਾ ਅਸੀਂ ਹਿੰਦੂ ਹੈ ਨਾ ਅਸੀਂ ਮੁਸਲਮਾਨ ਹੈ। ਅਤੇ ਸਾਨੂੰ ਮੁਸਲਮਾਨਾਂ ਅਤੇ ਹਿੰਦੂਆਂ ਦੇ ਵਿੱਚ 1947 ਦੇ ਵਿੱਚ ਫਸਾਤਾ ਹੈਗਾ ਅੰਗਰੇਜ਼ਾਂ ਨੇ। ਜਿੰਨਾ ਚਿਰ ਸਿੱਖ ਆਜ਼ਾਦ ਨਹੀਂ ਹੁੰਦੇ, ਉਹਨਾਂ ਦਾ ਆਪਣਾ ਮੁਲਕ ਪ੍ਰਾਪਤ ਨਹੀਂ ਹੁੰਦਾ, ਉਹਨਾਂ ਚਿਰ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਹੁੰਦੀਆਂ ਰਹਿਣਗੀਆਂ, ਇਹ ਹਟਣੀਆਂ ਨਹੀਂ। ਜਿਹਦੇ ਕੋਲੇ ਸੋਵਰੇਨਿਟੀ ਹੈ, ਹੁਣ ਕੇਜਰੀਵਾਲ ਸਾਹਿਬ ਹੈ ਆਮ ਆਦਮੀ ਪਾਰਟੀ ਦਾ ਪ੍ਰੈਜ਼ੀਡੈਂਟ, ਅੱਜ ਉਹਦੀਆਂ ਫੋਟੋਆਂ ਦੇਖੋ ਕਿ ਉਹ ਯੋਧਿਆ ਦੇ ਮੰਦਿਰ ਦੇ ਵਿੱਚ ਜਾ ਕੇ ਤਿਲਕ ਲਾ ਰਿਹਾ ਹੈ ਕਿ ਮੈਂ ਜਿੰਨੇ ਵੀ ਕੱਟੜਵਾਦੀ ਹਿੰਦੂ ਹੈ ਉਹਨਾਂ ਦੀਆਂ ਮੈਂ ਵੋਟਾਂ ਪਵਾਵਾਂ। ਉਹ ਵੋਟਾਂ ਪਾਉਣ ਦੇ ਲਈ ਇੱਥੇ ਪੰਜਾਬ ਵੀ ਉਹਦੀ ਪਾਰਟੀ ਬਹੁਤ ਤਕੜੀ ਹੋਈ ਹੈ। ਉਹਨੂੰ ਇਹ ਫਿਕਰ ਨਹੀਂ ਹੈ ਕਿ ਮੈਂ ਇੱਕ ਸਿੱਖ ਹਲਕਿਆਂ ਦੇ ਵਿੱਚ ਮੇਰੀ ਪਾਰਟੀ ਹੈਗੀ ਹੈ ਅਤੇ ਮੈਂ ਕਦੇ ਵੀ ਆਪਰੇਸ਼ਨ ਬਲੂ ਸਟਾਰ ਜਿਹੜਾ 1984 'ਚ ਹੋਇਆ ਸੀ, ਜਿੱਥੇ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਅਕਾਲ ਤਖਤ ਸਾਹਿਬ ਨੂੰ ਸ਼ਹੀਦ ਕਰਤਾ, ਜਿਵੇਂ ਬਬਰੀ ਮਸਜਿਦ ਨੂੰ ਸ਼ਹੀਦ ਕਰਤਾ, ਉਹਦੇ ਉੱਤੇ ਅਯੋਧਿਆ ਦਾ ਮੰਦਿਰ ਬਣਾਤਾ ਜਿੱਥੇ ਕੇਜਰੀਵਾਲ ਸਾਹਿਬ ਅੱਜ ਪਾਠ ਪੂਜਾ ਕਰ ਰਹੇ ਹੈ, ਕਿ ਉਹਨਾਂ ਨੇ ਕਦੇ ਵੀ ਖੰਡਨ ਨਹੀਂ ਕੀਤਾ ਆਪਰੇਸ਼ਨ ਬਲੂ ਸਟਾਰ। ਸੋ ਮੇਰਾ ਮਤਲਬ ਹੈ, ਜਦੋਂ ਤੁਸੀਂ ਹਿੰਦੂਤਵਾ ਦੇ ਥੱਲੇ ਰਹਿੰਦੇ ਹੋ ਤਾਂ ਫਿਰ ਇਹ ਜਾਸੀਆਂ ਹੁੰਦੀਆਂ ਹੀ ਰਹਿਣਗੀਆਂ। ਹੁਣ ਕੱਲ੍ਹ ਸਾਰੀ ਪਾਰਟੀ ਦੀਆਂ ਮੀਟਿੰਗ ਹੋਈਆਂ ਅਤੇ ਉਹ ਸਾਰੇ ਸਹਿਮਤ ਹੈ ਕਿ BSF ਪੰਜਾਬ ਦੇ ਵਿੱਚ ਨਹੀਂ ਆਉਣਾ ਚਾਹੁੰਦੀ, ਪਰ BJP ਨੇ ਕਿਹਾ ਹੈਗਾ ਕਿ ਇਹ ਨੈਸ਼ਨਲ ਸਿਕਿਉਰਿਟੀ ਦੀ ਗੱਲ ਹੈ ਕਿ ਸਾਡੀ ਹਿਫਾਜ਼ਤ ਸਾਡੀ ਕੌਮ ਦੀ ਜ਼ਿਆਦਾ ਹੋਊਗੀ। ਫਿਰ ਜੇ ਜ਼ਿਆਦਾ ਹੋਊਗੀ ਫਿਰ BJP ਦੇ
ਜਿੰਨੇ ਵੀ ਇੱਥੇ ਲੀਡਰ ਹੈ ਜਿਨ੍ਹਾਂ ਨੇ ਸੁਰੱਖਿਆ ਲਈ ਹੋਈ ਹੈ ਪੁਲਿਸ ਦੀ, ਉਹ ਵਾਪਸ ਕਰ ਦੇਣੀ ਚਾਹੀਦੀ ਹੈ, ਕਿਉਂ ਕਰਕੇ ਹੁਣ ਸੁਰੱਖਿਆ ਤਾਂ ਪੂਰੀ ਹੋ ਗਈ, BSF ਆ ਗਈ ਹੈ, ਹੁਣ ਉਹਨਾਂ ਨੂੰ ਸੁਰੱਖਿਆ ਦੀ ਕੀ ਲੋੜ ਹੈ। ਕੱਲ ਜਿਹੜੀ ਮੀਟਿੰਗ ਹੋਈ ਹੈ ਤੁਸੀਂ ਵੀ ਉਸ ਦੇ ਵਿੱਚ ਗਏ ਸੀ, ਸਾਰੀਆਂ ਪਾਰਟੀਆਂ ਮੌਜੂਦ ਸਨ ਭਾਜਪਾ ਨੂੰ ਛੱਡ ਕੇ, ਕੀ ਗੱਲਬਾਤ ਹੋਈ? ਜਿਹੜਾ ਦਾਇਰਾ ਵਧਾਇਆ ਗਿਆ 15 ਤੋਂ 50 ਕਿਲੋਮੀਟਰ ਦਾ ਕੀਤਾ ਗਿਆ, ਤੁਸੀਂ ਆਪਣੇ ਵਿਚਾਰ ਕੀ ਰੱਖੇ, ਕੀ ਗੱਲਬਾਤ ਹੋਈ? ਮੈਂ ਕਿਹਾ ਸੀਗਾ ਕਿ ਇਹ ਸੰਵਿਧਾਨਕ ਤੌਰ 'ਤੇ ਬਹੁਤ ਗਲਤ ਹੈ, ਕਿਉਂ ਕਰਕੇ BSF ਦੇ ਐਕਟ ਜਿਹੜਾ ਕਾਨੂੰਨ ਹੈ ਉਹਦੇ ਤਹਿਤ ਇਹਨਾਂ ਨੇ BSF ਦੀ ਜੂਰਿਸਡਿਕਸ਼ਨ ਵਧਾ ਦਿੱਤੀ ਹੈ। ਪਰ ਜਿਹੜੀ ਕਨਸਟੀਟਿਊਸ਼ਨ ਹੈ ਉਹ ਕਹਿੰਦੀ ਹੈ ਕਿ ਲਾਅ ਐਂਡ ਆਰਡਰ ਤੇ ਪੁਲਿਸ ਸਟੇਟ ਦਾ ਸਬਜੈਕਟ ਹੈ, ਤੇ ਸੈਂਟਰ ਦੀ BSF ਇੱਥੇ ਨਹੀਂ ਆ ਸਕਦੀ ਜਿੰਨਾ ਚਿਰ ਇਹ ਪੂਰੀ ਕੈਬਨਿਟ ਦਾ ਫੈਸਲਾ ਨਾ ਹੋਵੇ, ਤਾਂ ਪੰਜਾਬ ਸਰਕਾਰ ਜਿੰਨਾ ਚਿਰ ਉਸ ਨੂੰ ਮੰਗ ਨਾ ਕਰੇ। ਸੋ ਇਹ ਸਾਰੀਆਂ ਪਾਰਟੀਆਂ ਮੁਤਫਿਕ ਹੈਗੀਆਂ, ਪਰ ਕੋਈ ਕਾਂਗਰਸ ਦੇ MLAs ਵੀ ਹੈ, ਵਜ਼ੀਰ ਵੀ ਹੈ, MPs ਵੀ ਹੈ, ਉਹਨਾਂ ਨੂੰ ਸੈਂਟਰ ਨੇ ਡਰ ਪਾਤਾ ਹੈ ਕਿ ਤੁਹਾਡੇ ਉੱਤੇ ED ਦੇ ਕੇਸ ਬਣਾ ਦਾਂਗੇ ਜੇ ਤੁਸੀਂ BSF ਦੀ ਤਾਇਨਾਤੀ ਨੂੰ ਇੱਥੇ ਸਪੋਰਟ ਨਹੀਂ ਕਰਾਂਗੇ। ਸੋ ਡਰੇ ਹੋਏ ਜਿਨ੍ਹਾਂ ਨੇ ਪੈਸੇ ਬਣਾਏ ਹੈ, MLA ਨੇ, MPs ਨੇ, ਉਹ ਵੀ ਕਾਂਗਰਸ ਵਿੱਚੋਂ ਵੀ ਕਹੀ ਜਾਂਦੇ ਆ ਕਿ ਇਹ ਬਹੁਤ ਫਿੱਟ ਗੱਲ ਕੀਤੀ ਹੈ ਕਿ ਜਿਹੜਾ BSF ਇੱਥੇ ਲਾਤਾ ਹੈ। ਸਾਡੇ ਵੱਲੋਂ ਹੁਣ ਇੱਕ ਰੈਲੀ ਕੀਤੀ ਜਾ ਰਹੀ ਹੈ, ਪੰਥ ਬਚਾਓ, ਗ੍ਰੰਥ ਬਚਾਓ ਤੇ ਨਾਲ ਕਿਸਾਨੀ ਬਚਾਓ ਦੀ ਗੱਲ ਕੀਤੀ ਜਾ ਰਹੀ ਹੈ। ਹਾਂਜੀ, ਪੰਥ ਨੂੰ ਕਿਸ ਤੋਂ ਖਤਰਾ ਹੈ? ਪੰਥ ਨੂੰ ਅੱਜ ਖਤਰਾ ਹੈਗਾ ਜੀ ਹਿੰਦੂਤਵਾ ਤੋਂ, ਤੇ ਦੂਸਰਾ ਪਾਸੇ ਜਿਹੜੀ ਆਪਣੀ ਟੈਰੀਟਰੀ ਹੈ ਸਿੱਖਾਂ ਦੀ, ਇੱਕ ਪਾਸੇ ਤਾਂ ਇਸਲਾਮਿਕ ਪਾਕਿਸਤਾਨ ਹੈ, ਇੱਕ ਪਾਸੇ ਹਿੰਦੂ ਇੰਡੀਆ, ਇੱਕ ਪਾਸੇ ਕਮਿਊਨਿਸਟ ਚਾਈਨਾ, ਤੇ ਤਿੰਨੇ ਮੁਲਕ ਦੇ ਕੋਲੇ ਪਰਮਾਣੂ ਹਥਿਆਰ ਹੈਗੇ ਆ। ਤੇ ਜੇ ਇਹਨਾਂ ਦੇ ਵਿੱਚ ਜੰਗ ਖੜਕ ਗਈ ਤੇ ਨਾ ਅਸੀਂ ਚੀਨੀਆਂ ਦੇ ਖਿਲਾਫ ਹੈ, ਨਾ ਅਸੀਂ ਹਿੰਦੂਆਂ ਦੇ ਹੈ, ਨਾ ਅਸੀਂ ਮੁਸਲਮਾਨਾਂ ਦੇ ਹੈ, ਸਾਡੀ ਧਰਤੀ ਤਾਂ ਜੰਗ ਦੇ ਮੈਦਾਨ ਬਣ ਜਾਣੀ ਹੈ ਤੇ ਅਸੀਂ ਤਾਂ ਬਿਲਕੁਲ ਖਾਤਮਾ ਹੋ ਜਾਊਗਾ ਸਾਡੀ ਸਿਵਲਾਈਜੇਸ਼ਨ ਦਾ। ਸੋ ਇਹ ਅਸੀਂ ਚਾਹੁੰਦੇ ਹਾਂ ਕਿ ਇਹ ਬਫਰ ਸਟੇਟ ਬਣ ਜਾਵੇ ਪਾਕਿਸਤਾਨ, ਇੰਡੀਆ ਤੇ ਕਮਿਊਨਿਸਟ ਚੀਨ ਦੇ ਵਿਚਾਲੇ, ਜਿਹਦੇ ਵਿੱਚ ਦੱਖਣ ਏਸ਼ੀਆ ਦੇ ਵਿੱਚ ਹਮੇਸ਼ਾ ਦੇ ਲਈ ਸੁੱਖ ਤੇ ਚੈਨ ਦੀ ਬਾਂਸਰੀ ਵੱਜਦੀ ਰਹੇ, ਕਿਉਂ ਕਰਕੇ ਬਫਰ ਸਟੇਟ ਸਿੱਖਾਂ ਦੀ ਹੋਊਗੀ ਜਿਹੜੀ ਨਾ ਚੀਨ ਦੇ ਨਾਲ ਸੰਬੰਧ ਹੋਣਗੇ, ਨਾ ਇਸਲਾਮਿਕ ਪਾਕਿਸਤਾਨ ਨਾਲ, ਨਾ ਹਿੰਦੂ ਇੰਡੀਆ ਦੇ ਨਾਲ, ਇੱਕ ਨਿਊਟਰਲ ਸਟੇਟ ਹੋਊਗੀ ਜਿਹਦੇ ਵਿੱਚ ਅਸੀਂ ਸਾਡੇ ਸਾਰੀ ਬੱਚਤ ਹੋ ਜੂਗੀ, ਸਾਡੇ ਕਲਚਰ ਦੀ, ਸੱਭਿਆਚਾਰ ਦੀ, ਸਾਡੇ ਮਜ਼ਹਬ ਦੀ, ਸਾਡੀ ਜ਼ਬਾਨ ਦੀ। ਹੁਣ ਸਾਡੀ ਜ਼ਬਾਨ ਦੇ ਉੱਤੇ ਵੀ ਅਟੈਕ ਕਰਤਾ ਕਿ ਇਹ ਪੰਜਾਬੀ ਨੂੰ ਡਾਊਨਗ੍ਰੇਡ ਸੈਂਟਰ ਨੇ ਕਰ ਦਿੱਤਾ ਹੈਗਾ। ਇੱਕ ਤਾਂ BSF ਲਾਤੀ, ਇੱਕ ਪੰਜਾਬੀ ਨੂੰ ਵੀ ਉਹਨਾਂ ਨੇ ਸਕੂਲਾਂ ਦੇ ਵਿੱਚੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਸੋ ਜਿਹੜੀ ਕੌਮ ਦੀ ਤੁਸੀਂ ਬੋਲੀ ਮਾਰ ਦੋਗੇ ਤੇ ਫਿਰ ਉਹ ਕੌਮ ਆਪਣੇ ਆਪ ਦੀ ਕੌਮੀਅਤ ਕਿਵੇਂ ਉਭਾਰੂਗੀ, ਕਿਵੇਂ ਕਹੂਗੀ ਜੇ ਉਹਨਾਂ ਦੀ ਬੋਲੀ ਵੀ ਮਾਰਤੀ ਹੈ। ਧਰਮ ਤਬਦੀਲ ਦੇ ਮਸਲੇ ਬਹੁਤ ਉੱਠ ਰਿਹਾ। ਜੇ ਗੁਰਦਾਸਪੁਰ ਏਰੀਆ ਕਰੀਏ ਤਾਂ ਉੱਥੇ ਬਹੁਤ ਸਾਰੇ ਲੋਕ ਸਿੱਖ ਧਰਮ ਨੂੰ ਛੱਡ ਕੇ ਜਾ ਰਹੇ ਨੇ। ਜੇਕਰ ਗੱਲ ਕਰੀਏ ਸਿੰਘ ਸਭਾ ਲਹਿਰ ਦੀ, ਉਸ ਸਮੇਂ 3 ਕੁ ਮਾਮਲੇ ਇਸ ਤਰ੍ਹਾਂ ਦੇ ਆਏ ਸਨ, 3 ਜਾਂ 4 ਨੌਜਵਾਨਾਂ ਨੇ ਆਪਣਾ ਧਰਮ ਤਬਦੀਲ ਕੀਤਾ ਸੀ ਤੇ ਸਿੱਖ ਆਗੂਆਂ ਨੇ ਪ੍ਰਚਾਰ ਦੀ ਹਨੇਰੀ ਲਿਆ ਦਿੱਤੀ ਸੀ। ਅੱਜ ਲਗਾਤਾਰ ਲੋਕ ਜਾ ਰਹੇ ਨੇ ਆਪਣਾ ਧਰਮ ਛੱਡ ਕੇ। ਤੁਸੀਂ ਕੀ ਕਾਰਨ ਮੰਨਦੇ ਹੋ, ਕੀ ਵਜ੍ਹਾ ਮੰਨਦੇ ਹੋ? ਵਜ੍ਹਾ ਇਹ ਹੈ ਜੀ ਕਿ ਜਿਹੜੇ ਅਸੀਂ ਸਿੱਖ ਹੈ, ਅਸੀਂ ਕੰਪਰੋਮਾਈਜ਼ ਕਰ ਲਿਆ ਕਾਂਗਰਸ ਪਾਰਟੀ ਨਾਲ ਤੇ BJP RSS ਨਾਲ ਤੇ ਹਿੰਦੂਤਵਾ ਪਾਰਟੀ ਜਿਵੇਂ ਆਮ ਆਦਮੀ ਪਾਰਟੀ ਹੈ, ਤੇ ਸਾਡੀ ਜਿਹੜੀ STPC ਹੈ ਹਿੰਦੂਤਵਾ ਦੀ ਹਕੂਮਤ, ਉਹਦੇ ਇਲੈਕਸ਼ਨਸ ਨਹੀਂ ਕਰਾ ਰਹੀ, ਜਦ ਕਿ ਇਹ ਏਸ਼ੀਆ ਦੇ ਵਿੱਚ ਸਭ ਤੋਂ ਪੁਰਾਣੀ ਪਾਰਲੀਮੈਂਟ ਹੈ। ਸ਼੍ਰੋਮਣੀ ਗੁਰਦੁਆਰਾ ਕਮੇਟੀ ਜਿਹੜੀ 1925 ਦੇ ਵਿੱਚ ਸਥਾਪਿਤ ਕੀਤੀ ਗਈ ਸੀਗੀ। ਹੁਣ 10 ਸਾਲ ਤੋਂ ਉਹਦੀਆਂ ਇਲੈਕਸ਼ਨਾਂ ਕਰਾਉਣੀਆਂ, ਉੱਥੇ ਮਹੰਤੀ ਸਿਸਟਮ ਆ ਗਿਆ ਹੈ। ਤੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਲੋਕ ਬਾਹਰ ਨਿਕਲ ਗਏ ਸੀਗੇ, ਹੁਣ ਜੇ ਇਲੈਕਸ਼ਨ ਕਰਾਉਣਗੇ, ਨਵਾਂ ਉਹਦੇ 'ਚ ਖੂਨ ਆਊਗਾ ਤੇ ਤਾਂ ਕੰਮ ਚੱਲੂਗਾ। ਹੁਣ 10 ਸਾਲ ਪੁਰਾਣੀ ਸਾਡੀ ਪਾਰਲੀਮੈਂਟ ਹੋ ਗਈ ਹੈ। ਜੇ ਹਿੰਦੂਆਂ ਦੀ ਪਾਰਲੀਮੈਂਟ 10 ਸਾਲ ਪੁਰਾਣੀ ਹੋ ਜਾਏ, ਉਹ ਕਬੂਲ ਕਰਨਗੇ?
ਇਹਨੂੰ ਲੇਮ ਡਕ ਪਾਰਲੀਮੈਂਟ ਅੰਗਰੇਜ਼ੀ 'ਚ ਕਹਿੰਦੇ ਆ। ਲੇਮ ਡਕ ਪਾਰਲੀਮੈਂਟ ਨੂੰ ਕੋਈ ਵੀ ਜਿੰਦਾ ਕੌਮ ਐਕਸੈਪਟ ਨਹੀਂ ਕਰਦੀ ਹੈਗੀ, ਤੇ ਅਸੀਂ ਡਾਇਰੈਕਟ ਹਿੰਦੂਤਵਾ ਦੇ ਰੂਲ ਦੇ ਥੱਲੇ ਹੈ, ਸਾਡੇ ਇਲੈਕਸ਼ਨਸ ਹੀ ਨਹੀਂ ਹੋ ਰਹੇ। ਸ਼੍ਰੋਮਣੀ ਕਮੇਟੀ ਦੀ ਤੁਸੀਂ ਗੱਲ ਕੀਤੀ, ਸ਼੍ਰੋਮਣੀ ਕਮੇਟੀ ਦੇ ਉੱਪਰ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਨੇ, ਚਾਹੇ ਪਹਿਲਾਂ 328 ਸਰੂਪਾਂ ਦਾ ਮਸਲਾ ਉੱਠਿਆ, ਉਸ ਤੋਂ ਬਾਅਦ ਸਰਾਵਾਂ ਦਾ ਮਸਲਾ ਉੱਠਿਆ, ਲਗਾਤਾਰ ਸ਼੍ਰੋਮਣੀ ਕਮੇਟੀ ਦੇ ਉੱਪਰ ਸਾਰਾ ਸਿੱਖ ਪੰਥ ਬਹੁਤ ਜਿਹੜੇ ਬੁੱਧੀਜੀਵੀ ਨੇ ਉਹ ਲਗਾਤਾਰ ਚਰਚਾ ਕਰਦੇ ਨੇ ਇਲੈਕਸ਼ਨ ਹੋਣੀ ਚਾਹੀਦੀ ਹੈ। ਤੁਹਾਡੀ ਪਾਰਟੀ ਦੇ ਵੱਲੋਂ ਕੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅੱਗੇ, ਜੇਕਰ ਇਲੈਕਸ਼ਨ ਹੁੰਦੀ ਹੈ ਤੁਹਾਨੂੰ ਕੀ ਸੰਭਾਵਨਾ ਕਦੋਂ ਹੋਏਗੀ, ਤੁਹਾਡੀ ਤਿਆਰੀ ਕਿਹੋ ਜਿਹੀ ਹੋਏਗੀ? ਅਸੀਂ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਵੀ ਜੀ ਕੇਸ ਕੀਤਾ ਹੋਇਆ ਹੈ ਤੇ ਮੁਜ਼ਾਹਰੇ ਵੀ ਕੀਤੇ ਹੈ ਕਿ ਸਾਡੇ ਇਲੈਕਸ਼ਨਸ ਹੋਣ, ਪਰ ਕਿਉਂ ਕਰਕੇ ਅੱਜ ਹਿੰਦੂਤਵਾ ਦਾ ਜ਼ੋਰ ਹੋਣ ਕਾਰਨ ਸਾਰੇ ਬਹੁਤੇ ਸਿੱਖ ਜਾਂ ਤਾਂ ਬਾਦਲ ਦਲ ਨਾਲ ਚੱਲਦੇ ਆ ਜਾਂ ਆਮ ਪਾਰਟੀ ਨਾਲ ਜਾਂ ਕਾਂਗਰਸ ਦੇ ਨਾਲ। ਹੁਣ ਜਿੰਨਾ ਚਿਰ ਇਹਨਾਂ ਦਾ ਨੈਕਸਸ ਉਹਨਾਂ ਦੇ ਨਾਲ ਤੋੜਿਆ ਨਹੀਂ ਜਾਂਦਾ, ਉਨਾ ਚਿਰ ਇਹ ਅੱਗੇ ਆਪਾਂ ਨਹੀਂ ਵੱਧ ਸਕਦੇ ਹੈਗੇ। ਅਸੀਂ ਕੋਸ਼ਿਸ਼ ਕਰਦੇ ਹਾਂ, ਅੱਜ 114 ਦਿਨ ਹੋ ਗਏ ਕਿ ਅਸੀਂ ਬਰਗਾੜੀ ਦੇ ਮੋਰਚੇ 'ਚ ਬੈਠੇ ਹਾਂ। ਮੈਂ ਖੁਦ ਬੈਠਾ ਹੋਇਆ, ਅੱਜ ਮੈਂ ਇੱਥੇ ਕਿਸੇ ਕੰਮ ਲਈ ਆਇਆ। ਮੈਨੂੰ 114 ਦਿਨ ਹੋ ਗਏ ਬਰਗਾੜੀ ਦੇ ਵਿੱਚ, ਜਿੱਥੇ ਬੇਅਦਬੀ 2015 ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੀ ਹੋਈ ਸੀ। ਅਜੇ ਤੱਕ ਸਾਨੂੰ ਇਹ ਬਿਲਕੁਲ ਕੋਈ ਇਨਸਾਫ ਨਹੀਂ ਮਿਲਿਆ। ਕੱਲ੍ਹ ਵੀ ਜਿਹੜੀ ਆਲ ਪਾਰਟੀ ਮੀਟਿੰਗ ਹੋਈ ਸੀ, ਮੈਂ ਚੀਫ ਮਿਨਿਸਟਰ ਸਾਹਿਬ ਨੂੰ ਕਿਹਾ ਸੀਗਾ ਕਿ ਜੀ ਬਰਗਾੜੀ ਦਾ ਮਸਲਾ ਹੱਲ ਕਰੋ, ਕਿਉਂ ਕਰਕੇ ਬਰਗਾੜੀ ਕਰਕੇ ਤੁਸੀਂ ਚੀਫ ਮਿਨਿਸਟਰ ਬਣੇ ਹੋ, ਬਰਗਾੜੀ ਕਰਕੇ ਪੁਰਾਣੇ ਚੀਫ ਮਿਨਿਸਟਰ ਸਾਹਿਬ ਨੂੰ ਅਸਤੀਫਾ ਦੇਣਾ ਪਿਆ। ਸਾਰਾ ਮਸਲਾ ਹੀ ਬਰਗਾੜੀ ਦਾ ਹੈ, ਤੇ ਬਰਗਾੜੀ ਦਾ ਮਸਲਾ ਕਿਉਂ ਨਹੀਂ ਅਰੈਸਟ ਕਰਦੇ ਬਾਦਲ ਨੂੰ, ਸੁਖਬੀਰ ਸਿੰਘ ਨੂੰ, ਸਾਧ ਨੂੰ ਤੇ ਸਮੇਤ ਸੈਣੀ ਨੂੰ? ਹੁਣ 6 ਸਾਲ ਹੋ ਗਏ ਹੈ ਸਨ। ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਵਿੱਚ ਸਿਗਰਟਾਂ ਪੀਤੀਆਂ ਗਈਆਂ ਹੈਗੀਆਂ। ਉਸੀ ਸੰਸਥਾ ਜਿਹੜੀ ਸਰਸੇ ਵਾਲੀ ਹੈਗੀ ਹੈ, ਤੇ ਨਾਭੇ ਦੇ ਵਿੱਚ ਜੁੱਤੇ ਪਾ ਕੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਚੜ੍ਹ ਗਿਆ। ਹੁਣ ਉੱਥੇ ਸੰਗੂ ਬਾਰਡਰ ਦੇ ਉੱਤੇ ਜਦੋਂ ਬੇਅਦਬੀ ਕਰਨ ਦੇ ਲਈ ਆਇਆ, ਉੱਥੇ ਸੈਲਫ ਡਿਫੈਂਸ ਦੇ ਵਿੱਚ ਨਿਹੰਗਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਰੋਕਦੇ ਰੋਕਦੇ ਉਹਨੂੰ ਟੱਕ ਲੱਗ ਗਈ, ਉਹ ਮਰ ਗਿਆ। ਤਾਂ ਰਾਈਟ ਆਫ ਸੈਲਫ ਡਿਫੈਂਸ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਹੈ, ਨਾ ਕਿ ਉਹਨਾਂ ਦੀ ਇੰਟੈਂਸ਼ਨ ਸੀਗੀ ਉਹਨੂੰ ਮਾਰਨ ਦੀ। ਪਰ ਜੇ ਹੁਣ ਲੋਕ ਇਸ ਤਰ੍ਹਾਂ ਆਉਣ ਲੱਗ ਪਏ ਹੈ ਬੇਅਦਬੀ ਕਰਨ ਦੇ ਲਈ, ਅਕਾਲ ਤਖਤ ਦੇ ਜਥੇਦਾਰ ਜਿਹੜੇ ਇਹ SGPC ਨੇ ਬਣਾਏ ਹੈ, ਉਹਨਾਂ ਨੇ ਵੀ ਕਿਹਾ ਕਿ ਜਿਹੜਾ ਵੀ ਬੰਦਾ ਬੇਅਦਬੀ ਕਰਨ ਦੇ ਲਈ ਆਊਗਾ ਉਹਦੇ ਨਾਲ ਚੰਗੀ ਤਰ੍ਹਾਂ ਨਜਿੱਠਿਆ ਜਾਵੇ ਹਥਿਆਰਾਂ ਦੇ ਨਾਲ। ਤਾਂ ਮੇਰਾ ਮਤਲਬ ਹੈ ਇੱਥੋਂ ਤੱਕ ਸਿੱਖਾਂ ਨੂੰ ਪਹੁੰਚਾਤਾ ਹੈ ਕਿ ਅਸੀਂ ਹੁਣ ਮਜਬੂਰ ਹਾਂ ਕਿ ਆਪਣੇ ਮਜ਼ਹਬ ਦੀ ਰੱਖਿਆ ਕਰਨ ਦੇ ਲਈ ਅਸੀਂ ਸ਼ਸਤਰਧਾਰੀ ਹੋ ਕੇ ਗੁਰੂ ਮਹਾਰਾਜ ਨੂੰ ਬਚਾਈਏ ਕਿਸੇ ਨਾ ਕਿਸੇ ਤਰ੍ਹਾਂ। ਪਰ ਗੁਰੂ ਮਹਾਰਾਜ ਤਾਂ ਸਾਨੂੰ ਬਚਾਉਂਦੇ ਆ, ਪਰ ਇੱਧਰ ਸਾਨੂੰ ਹਥਿਆਰਬੰਦ ਹੋ ਕੇ ਹੁਣ ਗੁਰੂ ਸਾਹਿਬ ਦੀ ਰੱਖਿਆ ਕਰਨੀ ਪੈ ਰਹੀ ਹੈ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਲਗਾਤਾਰ ਬੇਅਦਬੀਆਂ ਹੋ ਰਹੀਆਂ, ਬੇਅਦਬੀ ਹੁੰਦੀ ਹੈ ਇੱਕ ਤੋਂ ਬਾਅਦ ਦੂਜੀ ਹੁੰਦੀ ਹੈ। ਤੁਸੀਂ ਕੇਸਗੜ੍ਹ ਸਾਹਿਬ ਦਾ ਵੀ ਜ਼ਿਕਰ ਕੀਤਾ, ਉੱਥੇ ਵੀ ਕੋਈ ਸਿਗਰਟਾਂ ਫੂਕਦਾ ਆ ਕੇ। ਇਹ ਜਿਹੜੀਆਂ ਬੇਅਦਬੀਆਂ ਕਿਉਂ ਹੋ ਰਹੀਆਂ ਨੇ? ਇੱਕ ਤਾਂ ਸਿਰਸਾ ਸਾਧ ਦਾ ਨਾਮ ਜੁੜਿਆ ਹੀ ਜਾਂਦਾ, ਤੁਹਾਡੀ ਨਜ਼ਰ ਦੇ ਵਿੱਚ ਕੋਈ ਹੋਰ ਕਾਰਨ ਵੀ ਹੈ, ਕਿਸੇ ਹੋਰ ਵੱਲੋਂ ਵੀ ਕਰਵਾਈਆਂ ਹੋ ਸਕਦੀਆਂ? ਕਿਹੜੀ ਤਾਕਤ ਹੈ ਇਸ ਦੇ ਪਿੱਛੇ ਜਿਹੜੀ ਇਹ ਲਗਾਤਾਰ ਇਸ ਤਰ੍ਹਾਂ ਹੋ ਰਹੀ ਹੈ? ਜਿਹੜੀ ਹਿੰਦੂ ਹਕੂਮਤ ਹੈ ਇਹ ਇਸ ਦੇ ਪਿੱਛੇ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਸਿੱਖਾਂ ਨੂੰ ਕਮਜ਼ੋਰ ਕੀਤਾ ਜਾਵੇ ਤੇ ਇਹਨਾਂ ਦੇ ਉੱਤੇ ਜ਼ੁਲਮ ਕੀਤਾ ਜਾਵੇ, ਇਹਨਾਂ ਦੇ ਧਰਮ ਦੇ ਉੱਤੇ ਹਮਲੇ ਕੀਤੇ ਜਾਣ। ਇਹ ਇਹਨਾਂ ਦੀ ਪਾਲਿਸੀ ਸ਼ੁਰੂ ਤੋਂ ਰਹੀ ਹੈ, ਜਦ ਦਾ ਹਿੰਦੂਤਵਾ ਸ਼ੁਰੂ ਹੋਇਆ ਹੈ। ਜਿਹੜਾ ਸ਼ੰਕਰਾਚਾਰੀਆ ਸੀ ਉਸ ਨੇ ਹਥਿਆਰ ਸਮੇਤ ਬੁੱਧ ਧਰਮ ਨੂੰ ਇੰਡੀਆ ਦੇ ਵਿੱਚੋਂ ਬਾਹਰ ਕੱਢਤਾ ਸੀਗਾ। ਅੱਜ ਇਹ ਸਾਊਥ ਈਸਟ ਏਸ਼ੀਆ ਦੇ ਵਿੱਚ ਹੈਗਾ, ਚੀਨ 'ਚ ਹੈ, ਜਾਪਾਨ 'ਚ ਹੈ, ਪਰ ਇੰਡੀਆ ਜਿਹੜੀ ਉਹਦੀ ਜਨਮ ਧਰਤੀ ਹੈ ਉਹਦੇ ਵਿੱਚ ਹਿੰਦੂਤਵਾ ਨੇ ਇਹਨੂੰ ਸਾਫ਼ ਕਰ ਦਿੱਤਾ। ਜਿਹੜਾ ਜੈਨ ਧਰਮ ਸੀ ਉਹਨੇ ਵੀ ਪੈਦਾਇਸ਼ ਸਿੱਖ ਧਰਮ ਵਰਗਣ ਇਸੇ ਇੰਡੀਆ ਦੀ ਧਰਤੀ 'ਤੇ ਲਈ ਸੀ। ਉਹਨਾਂ ਨੂੰ ਸ਼ੰਕਰਾਚਾਰੀਆ ਨੇ ਕਿਹਾ ਕਿ
ਤੁਹਾਡੇ ਉੱਤੇ ਵੀ ਅਸੀਂ ਹਮਲੇ ਸ਼ਸਤਰਧਾਰੀ ਹੋ ਕੇ ਕਰਦੇ ਹਾਂ, ਪਰ ਉਹਨਾਂ ਨੇ ਕੰਪਰੋਮਾਈਜ਼ ਕਰ ਲਿਆ। ਕੰਪਰੋਮਾਈਜ਼ ਕੀ ਸੀ ਕਿ ਜੈਨੀਆਂ ਨੇ ਕਿਹਾ ਕਿ ਹੁਣ ਅਸੀਂ ਤੁਹਾਡੇ ਜਿਹੜੇ ਬੁੱਤ ਹੈ ਉਹ ਅਸੀਂ ਮੰਦਰਾਂ ਦੇ ਵਿੱਚ ਰੱਖ ਲਾਂਗੇ। ਹੁਣ ਉਹਨਾਂ ਦਾ ਕੰਪਰੋਮਾਈਜ਼ ਹੋਇਆ ਤਾਂ ਜਾ ਕੇ ਜੈਨ ਧਰਮ ਅਜੇ ਬਚਿਆ ਹੋਇਆ, ਪਰ ਲਗਾਤਾਰ ਸਿੱਖਾਂ ਦੇ ਉੱਤੇ ਹਮਲੇ ਹੋ ਰਹੇ ਆ। 1947 ਦੇ ਵਿੱਚ ਹਿੰਦੂਤਵਾ ਨੇ ਦੋ ਚੀਜ਼ਾਂ ਕੀਤੀਆਂ, ਇੱਕ ਤਾਂ ਮੁਸਲਮਾਨਾਂ ਨੂੰ ਬਾਹਰ ਕੱਢਤਾ ਇੰਡੀਆ ਦੇ ਵਿੱਚੋਂ, ਇੱਕ ਸਿੱਖਾਂ ਨੂੰ ਆਪਣੀ ਜਿਹੜੀ ਹੋਮਲੈਂਡ ਸੀ ਉੱਥੋਂ ਬਾਹਰ ਕਢਾਤਾ। ਸੋ ਮੇਰਾ ਮਤਲਬ ਹੈ ਜਿਹੜੀ ਇਹ ਪਾਲਿਸੀ ਹਿੰਦੂਤਵਾ ਦੀ ਹੈ ਕਿ ਕੋਈ ਵੀ ਧਰਮ ਨੂੰ ਅਸੀਂ ਟੋਲਰੇਟ ਜਾਂ ਬਰਦਾਸ਼ਤ ਨਹੀਂ ਕਰਨਾ, ਇਹ ਸਮਝਣ ਦੀ ਗੱਲ ਹੈ। ਜਿੰਨਾ ਚਿਰ ਅਸੀਂ ਨਹੀਂ ਸਮਝਾਂਗੇ ਉਨਾ ਚਿਰ ਇਸ ਤਰ੍ਹਾਂ ਕੰਮ ਚੱਲਦਾ ਰਹੂਗਾ। ਤੁਸੀਂ ਬੇਅਦਬੀ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਨਾਮ ਲਿਆ, ਸਮੇਤ ਸੈਣੀ ਦਾ ਵੀ, ਹੋਰਾਂ ਦਾ ਵੀ ਨਾਮ ਲਿਆ ਕਿ ਉਹਨਾਂ ਨੂੰ ਅੰਦਰ ਕਿਉਂ ਨਹੀਂ ਕੀਤਾ ਜਾਂਦਾ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਹੋਣਾ ਦੇ ਲਗਾਤਾਰ ਬਿਆਨ ਆਉਂਦੇ ਰਹੇ ਕਿ ਜੇਕਰ ਅਸੀਂ ਇਸ ਦੇ ਵਿੱਚ ਜ਼ਿੰਮੇਵਾਰ ਹੋਈਏ, ਸਾਡਾ ਰਕਤਾ ਭਰ ਵੀ ਕੋਈ ਦੋਸ਼ ਹੋਵੇ ਤੇ ਉਸ ਦਾ ਕੱਖ ਨਾ ਰਹੇ ਜਿਸ ਦਾ ਬੇਅਦਬੀ ਕਰਾਉਣ ਦੇ ਪਿੱਛੇ ਹੱਥ ਹੋਵੇ। ਹੁਣ ਦੋ ਹਾਈ ਕੋਰਟ ਦੇ ਜੱਜ ਤਾਂ ਉਹਨਾਂ ਨੇ ਖਰੀਦ ਲਏ ਹੈ, ਆਪਣੇ ਹਿੱਤ ਦੇ ਵਿੱਚ ਫੈਸਲੇ ਕਰਾ ਲਏ ਹੈ, ਜਿਹੜੀ ਇਨਵੈਸਟੀਗੇਸ਼ਨ ਹੈ ਉਹ ਖਤਮ ਕਰ ਦਿੱਤੀ ਹੈ। ਜਿੱਡੀ ਪਾਵਰ ਹੈ ਜਿਹਦੇ ਪਿੱਛੇ ਸੈਂਟਰ ਦੀ ਸਰਕਾਰ ਇੱਕ ਹਿੰਦੂਤਵਾ ਦੀ ਖੜੀ ਹੋਈ ਹੈ, ਉਹਨਾਂ ਦੀ ਰੱਖਿਆ ਕਰ ਰਹੀ ਹੈ, ਉਹਨਾਂ ਨੇ ਉਹਨਾਂ ਤੋਂ ਰੱਖਿਆ ਲਈ ਹੋਈ ਹੈ, ਤਾਂ ਫਿਰ ਸੁਖਬੀਰ ਸਿੰਘ ਤਾਂ ਐਂ ਕਹੂਗਾ, ਉਹ ਐਂ ਥੋੜ੍ਹੀ ਕਹੂਗਾ ਆ ਬੈਲ ਮੈਨੂੰ ਮਾਰ, ਸਮਝ ਗਏ ਨਾ। ਬਾਦਲ ਕਹੂਗਾ ਨਾ ਸਰਸੇ ਵਾਲਾ ਸਾਧ ਕਹੂਗਾ। ਪਰ ਜਦੋਂ ਉਹ ਹੋਮ ਮਿਨਿਸਟਰ ਸੀਗਾ, ਤਫਤੀਸ਼ ਕਹਿੰਦੀ ਹੈ ਕਿ ਸੁਖਬੀਰ ਸਿੰਘ ਤੇ ਬਾਦਲ ਨੇ ਇਹ ਸਾਰਾ ਕੁਝ ਕਰਾਇਆ ਹੈ ਪ੍ਰੇਮੀਆਂ ਦੀਆਂ ਵੋਟਾਂ ਲੈਣ ਦੇ ਲਈ। ਤੇ ਅਗਲੇ ਪਿੰਡ ਦੋ ਸਿੱਖ ਸ਼ਹੀਦ ਕਰਾਤੇ ਹੈ। ਸੋ ਮੇਰਾ ਮਤਲਬ ਇਹ ਸਾਰੀਆਂ ਚੀਜ਼ਾਂ ਰਿਕਾਰਡਡ ਹੈਗੀਆਂ, ਤੇ ਸੁਖਬੀਰ ਕਿਵੇਂ ਮੰਨੂਗਾ ਕਿ ਮੈਂ ਕਰਾਇਆ ਹੈਗਾ। ਤੁਸੀਂ ਕੱਲ੍ਹ ਦੀ ਮੀਟਿੰਗ ਦੇ ਵਿੱਚ ਸੀਐਮ ਚੰਨੀ ਦੇ ਨਾਲ ਜਿਵੇਂ ਦੱਸ ਰਹੇ ਹੋ ਕਿ ਗੱਲਬਾਤ ਕੀਤੀ ਕਿ ਬੇਅਦਬੀ ਦੇ ਮਸਲੇ ਤੇ ਪਹਿਲਾਂ ਕੈਪਟਨ ਸਾਹਿਬ ਨੇ ਸਰਕਾਰ ਬਣਾਈ ਸੀ, ਉਹਨਾਂ ਨੇ ਕਿਹਾ ਸੀ ਕਿ ਮੈਂ ਇਨਸਾਫ ਦਿਵਾਵਾਂਗਾ, ਨਾਲ ਉਹਨਾਂ ਨੇ ਕਿਹਾ ਸੀ ਨਸ਼ੇ ਦਾ ਲੱਕ ਤੋੜਾਂਗਾ, ਨਾ ਨਸ਼ੇ ਦਾ ਲੱਕ ਟੁੱਟਿਆ, ਨਾ ਬੇਅਦਬੀ ਦੇ ਉੱਪਰ ਇਨਸਾਫ ਮਿਲਿਆ, ਉਹਨਾਂ ਦੀ ਕੁਰਸੀ ਚਲੇਗੀ। ਹੁਣ ਤੁਹਾਨੂੰ ਲੱਗਦਾ ਹੈ ਚੰਨੀ ਸਾਹਿਬ ਦੇ ਨਾਲ ਗੱਲਬਾਤ ਹੋਈ ਹੈ, ਉਹ ਕੁਝ ਕਰਨਗੇ ਇਸ ਮਸਲੇ 'ਤੇ? ਇਹ ਤਾਂ ਮੈਂ ਨਹੀਂ ਜੀ ਕਹਿ ਸਕਦਾ ਕਿ ਕਰਨਗੇ, ਪਰ ਜਿਹੜੀ ਕੱਲ੍ਹ ਮੀਟਿੰਗ ਹੋਈ ਹੈ ਉਹਨਾਂ ਨੇ ਸਾਰਿਆਂ ਨੂੰ ਵਿਸ਼ਵਾਸ ਦਿੱਤਾ ਕਿ ਅਸੀਂ ਕੋਸ਼ਿਸ਼ ਕਰਾਂਗੇ। ਹੁਣ ਦੇਖੋ ਕੀ ਕਰਦੇ ਆ, ਬਰਗਾੜੀ ਬਾਰੇ ਕੀ ਕਰਦੇ ਆ, ਕਿਉਂ ਕਰਕੇ ਬਰਗਾੜੀ ਕਰਕੇ ਕੈਪਟਨ ਸਾਹਿਬ ਦੀ ਕੁਰਸੀ ਖੁਸ਼ੀ ਹੈ, ਤੇ ਕੁਰਸੀ ਖੁਰਨ ਦੇ ਨਾਲ ਚੰਨੀ ਸਾਹਿਬ ਚੀਫ ਮਿਨਿਸਟਰ ਬਣੇ ਹੈ। ਹੁਣ ਉਹਦੀ ਵਜ੍ਹਾ ਹੀ ਬਰਗਾੜੀ ਹੈ, ਤੇ ਹੁਣ ਦੇਖਦੇ ਹਾਂ ਕੀ ਕਰਦੇ ਆ। ਮਤਲਬ ਪੂਰੀ ਆਸ ਜਿਹੜੀ ਆ ਉਹ ਜਤਾਈ ਨਹੀਂ ਜਾ ਸਕਦੀ ਕਿ ਅਜੇ ਵੀ ਇਨਸਾਫ ਮਿਲੇਗਾ। ਜਿੰਨਾ ਚਿਰ ਅਸੀਂ ਆਜ਼ਾਦ ਨਹੀਂ ਹੁੰਦੇ, ਇੰਡੀਪੈਂਡੈਂਟ ਨਹੀਂ ਹੁੰਦੇ, ਸੋਵਰਨ ਬਾਦਸ਼ਾਹੀ ਨਹੀਂ ਹੁੰਦੀ, ਉਨਾ ਚਿਰ ਅਸੀਂ ਯਕੀਨ ਦੇ ਨਾਲ ਕੁਝ ਨਹੀਂ ਕਹਿ ਸਕਦੇ ਕਿ ਕੀ ਅੱਗੇ ਤੋਂ ਕੌਣ ਕੀ ਕਰੂਗਾ ਸਾਡੇ ਨਾਲ। ਗ੍ਰੰਥ ਪੰਥ ਤੇ ਕਿਸਾਨ ਬਚਾਓ ਰੈਲੀ ਦਾ ਤੁਸੀਂ ਕਰਨ ਜਾ ਰਹੇ ਹੋ, ਅੱਗੇ ਤਿਆਰੀਆਂ ਹੋ ਰਹੀਆਂ ਨੇ। ਕਿਸਾਨ ਮੋਰਚਿਆਂ ਦੀ ਗੱਲ ਕਰੀਏ, ਲਗਾਤਾਰ 10 ਮਹੀਨੇ ਹੋ ਗਏ ਕਿਸਾਨ ਬੈਠੇ ਹੋਏ ਨੇ ਬਾਰਡਰ ਦੇ ਉੱਪਰ, ਸਿੰਘੂ ਬਾਰਡਰ ਤੇ, ਟਿੱਕਰੀ ਤੇ ਵੀ। ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਵੱਡਾ ਸਹਿਯੋਗ ਮਿਲਿਆ, ਸਿੰਘਾਂ ਨੇ ਵੱਡੇ ਜਿਹੜੇ ਲੰਗਰ ਲਗਾਏ, ਲੱਖਾਂ ਕਰੋੜਾਂ ਦਾ ਜਿਹੜਾ ਹੁਣ ਤੱਕ ਖਰਚਾ ਹੋ ਗਿਆ। ਇੱਕ ਪਹਿਲਾਂ ਅੰਗਰੇਜ਼ਾਂ ਦੇ ਸਮੇਂ ਲਹਿਰ ਚੱਲੀ ਸੀ, ਪਗੜੀ ਸੰਭਾਲ ਜੱਟਾ ਲਹਿਰ, ਉਹ ਵੀ ਖੇਤੀ ਕਾਨੂੰਨਾਂ ਦੇ ਖਿਲਾਫ ਸੀ। ਉਸ ਸਮੇਂ 9 ਮਹੀਨੇ ਦਾ ਮੋਰਚਾ ਸੀ ਤੇ ਆਖਰਕਾਰ ਅੰਗਰੇਜ਼ਾਂ ਨੂੰ ਝੁਕਣਾ ਪਿਆ ਸੀ। ਹੁਣ ਮੋਦੀ ਨੇ ਕਿਉਂ ਅੜੀ ਕੀਤੀ ਹੋਈ ਹੈ? ਮੋਦੀ ਨੂੰ ਹੌਸਲਾ ਹੈ ਕਿ ਹਿੰਦੂ ਮੇਰੇ ਨਾਲ ਹੈਗੇ ਹੈ, ਤੇ ਮੈਂ ਹਿੰਦੂਆਂ ਦਾ ਲੀਡਰ ਹੈ, ਤੇ ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈ। ਹੁਣ ਜਿਹੜਾ ਬੰਦਾ ਹਿੰਦੂ ਵੋਟ ਦੇ ਉੱਤੇ ਆਇਆ ਹੋਵੇ, ਉਹਨੇ ਕਦੇ ਵੀ ਮੁਸਲਮਾਨ ਨੂੰ ਆਪਣੀ ਪਾਰਟੀ ਦੀ ਟਿਕਟ ਨਹੀਂ ਦਿੱਤੀ, ਨਾ ਕਿਸੇ ਸਿੱਖ ਨੂੰ ਦਿੱਤੀ ਹੈ। ਨਰੋਲ ਹਿੰਦੂ ਵੋਟ ਦੇ ਉੱਤੇ ਉਹ ਪ੍ਰਾਈਮ ਮਿਨਿਸਟਰ ਹੈਗਾ। ਸੋ ਜਿਹਦੇ ਕਰਕੇ ਉਹ ਪ੍ਰਾਈਮ ਮਿਨਿਸਟਰ ਹੈ, ਉਸ ਨੂੰ ਆਪਣੇ ਆਪ 'ਤੇ ਭਰੋਸਾ ਹੈ ਕਿ ਮੇਰੀ ਹਕੂਮਤ ਚੱਲਦੀ ਜਾਊਗੀ। ਬੇਸ਼ੱਕ ਮੈਂ BSF ਨੂੰ ਪੰਜਾਬ ਦੇ ਵਿੱਚ ਲਾ ਦਾਂ, ਕੁਛ ਕਰਦਾ ਪੰਜਾਬ ਨੂੰ, ਮੇਰਾ ਕੁਛ ਨਹੀਂ ਵਿਗੜਨਾ, ਤੇ ਨਾ ਮੇਰਾ ਵਿਗੜਨਾ ਹੈਗਾ ਕਸ਼ਮੀਰ ਦੇ ਵਿੱਚ ਜਿਹੜੀ 370 ਦਫਾ ਤੇ 35A ਰੱਦ ਕੀਤੀ ਗਈ ਹੈ, ਤੇ ਸਟੇਟ ਨੂੰ ਯੂਨੀਅਨ ਟੈਰੀਟਰੀ ਬਣਾਇਆ ਗਿਆ ਹੈਗਾ। ਸੋ ਪਰ
ਜਿੱਥੇ ਮੈਂ ਗੱਲ ਕੀਤੀ ਸੀਗੀ ਕਿ ਜੇ ਬੀਐਸਐਫ ਲਾਤੀ ਹੈ, ਜੇ ਪੰਜਾਬ ਨੂੰ ਖਤਰਾ ਹੈ, ਜਿਵੇਂ ਬੀਜੇਪੀ ਵਾਲੇ ਤੇ ਕਈ ਕਾਂਗਰਸ ਮੈਂਬਰ ਕਹਿੰਦੇ ਹੈ, ਤਾਂ ਫਿਰ ਜਿਹੜੇ ਲਦਾਖ ਦੇ ਵਿੱਚ 900 ਸਕੁਅਰ ਕਿਲੋਮੀਟਰ ਧਰਤੀ ਤੁਸੀਂ ਇੰਡੀਆ ਨੇ, ਬੀਜੇਪੀ ਨੇ ਚੀਨ ਨੂੰ ਲਟਾਤੀ ਹੈ। ਸਿਕਿਉਰਿਟੀ ਤਾਂ ਉੱਥੇ ਦੇਖੋ, ਇੱਥੇ ਤਾਂ ਕੋਈ ਸਿਕਿਉਰਿਟੀ ਦਾ ਮਸਲਾ ਹੈ ਨਹੀਂਗਾ। ਜਿੰਨੇ ਵੀ ਡਰੋਨਸ ਆਏ ਹੈ ਜਾਂ ਕੁਛ ਹੈ, ਉਹ ਤਾਂ 15 ਕਿਲੋਮੀਟਰ ਦੀ ਟੈਰੀਟਰੀ ਦੇ ਅੰਦਰ ਆਏ ਹੈ ਜਿੱਥੇ ਬੀਐਸਐਫ ਦਾ ਪਹਿਰਾ ਹੈ, ਤੇ ਉਦੋਂ ਅੱਗੇ ਤਾਂ ਆਏ ਨਹੀਂ। ਫਿਰ ਸਿਕਿਉਰਿਟੀ ਦੀ ਕੀ ਮਤਲਬ ਹੈ ਇੱਥੇ? ਸਿਕਿਉਰਿਟੀ ਤਾਂ ਤੁਹਾਡੀ ਟੁੱਟੀ ਪਈ ਹੈ ਬਾਰਡਰ ਦੇ ਉੱਤੇ, ਲਦਾਖ ਦੇ ਉੱਤੇ। ਉੱਥੇ ਤਾਂ ਤੁਸੀਂ ਜਾਂਦੇ ਨਹੀਂ ਹੈ ਨਾ, ਜਿੱਥੇ ਮੂੰਹ ਕਰਨਾ ਹੈਗਾ ਸਿਕਿਉਰਿਟੀ ਦਾ। ਹੁਣ ਸਿੱਖਾਂ ਨੂੰ ਐਵੇਂ ਟਾਰਗੇਟ ਬਣਾਤਾ, ਮੁਸਲਮਾਨਾਂ ਨੂੰ ਕਸ਼ਮੀਰ 'ਚ ਬਣਾਤਾ, ਸਾਨੂੰ ਇੱਥੇ ਬਣਾਤਾ ਹੈਗਾ। ਸਿੱਖਾਂ ਦੇ ਟਾਰਗੇਟ ਦੀ ਗੱਲ ਚੱਲ ਰਹੀ ਹੈ, ਨਾਲ ਨਾਲ ਆਪਾਂ ਪੰਜਾਬੀ ਦੀ ਵੀ ਗੱਲ ਕਰਾਂਗੇ, ਕਿਉਂਕਿ ਜਿਹੜਾ ਪੰਜਾਬ ਹੈ ਉਹ ਪੰਜਾਬੀਆਂ ਦਾ। ਹੁਣ ਚਰਚਾ ਇਸ ਗੱਲ ਦੀ ਪ੍ਰਧਾਨ ਸਾਹਿਬ ਕਿ ਪੰਜਾਬ ਦੇ ਵਿੱਚ ਨੌਕਰੀਆਂ ਪੰਜਾਬੀਆਂ ਦੇ ਲਈ ਨਹੀਂ ਰਹੀਆਂ, ਬਾਹਰਲੇ ਪ੍ਰਦੇਸ਼ਾਂ ਤੋਂ ਲੋਕ ਆ ਰਹੇ ਨੇ, ਨੌਜਵਾਨ ਆ ਰਹੇ ਨੇ, ਉਹਨਾਂ ਨੂੰ ਵਧੇਰੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਨਾਲ ਦੇ ਜਿਹੜੇ ਸਟੇਟ ਆ, ਚਾਹੇ ਹਰਿਆਣਾ ਹੈ ਜਾਂ ਹਿਮਾਚਲ ਹੈ, ਉੱਥੇ ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ। ਉਹਨਾਂ ਨੇ ਸਖਤ ਕਾਨੂੰਨ ਬਣਾਏ ਹੈ, ਪਰ ਪੰਜਾਬ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਜਿੰਨਾ ਚਿਰ ਸਾਡੇ ਕੋਲ ਤਾਕਤ ਹੀ ਹੈ ਨਹੀਂ ਗੀ, ਨਾ ਸਿੱਖ ਆਪਣਾ ਦੇਸ਼ ਮੰਗਦੇ ਹੈ, ਨਾ ਆਪਣੀ ਸਰਕਾਰ ਬਣਾਉਣਾ ਚਾਹੁੰਦੇ ਹੈ। ਉਹਨਾਂ ਨੇ ਬੀਜੇਪੀ ਵੀ ਦੇਖ ਲਈ ਹੈ, ਕਾਂਗਰਸ ਵੀ ਦੇਖ ਲਈ ਹੈ, ਆਮ ਆਦਮੀ ਪਾਰਟੀ ਵੀ ਦੇਖ ਲਈ ਹੈ। ਜਿਨ੍ਹਾਂ ਨੇ ਕੋਈ ਰਿਜ਼ਲਟ ਦਿੱਤਾ ਹੀ ਨਹੀਂ, ਤੇ ਫਿਰ ਉਸੇ ਰਸਤੇ ਤੇ ਚੱਲੀ ਜਾਣਾ, ਮੈਂ ਤਾਂ ਸਮਝਦਾ ਖੋਤਾ ਵੀ ਨਹੀਂ ਐ ਚੱਲਦਾ ਹੈਗਾ। ਮੈਂ ਐਮਪੀ ਰਿਹਾ ਮਾਝੇ ਦਾ, ਉੱਥੇ ਉਹਨਾਂ ਦਿਨਾਂ ਦੇ ਵਿੱਚ ਹਰੇਕ ਘਰ ਦੇ ਵਿੱਚ ਅਮੀਰ ਗਰੀਬ ਦੇ ਘਰ 'ਚ ਖੋਤਾ ਹੁੰਦਾ ਸੀਗਾ, ਤੇ ਖੋਤਾ ਜਿਹੜੇ ਪੈਸੇ ਤੋਂ ਉਹਦਾ ਪੈਰ ਖਿਸਕ ਜੇ, ਉਹ ਰਾਹ ਕਦੇ ਨਹੀਂ ਪੈਂਦਾ। ਤੇ ਆਪਾਂ ਸਿੱਖ ਕੌਮ, ਅਸੀਂ ਆਪ ਰਿਸਪੌਂਸਿਬਲ ਹੈ। ਸਾਡੀ ਜਿਹੜੀ ਜ਼ਿੰਦਗੀ ਹੈ, ਕਿਉਂ ਕਰਕੇ ਅਸੀਂ ਆਪਣੇ ਦੁਸ਼ਮਣ ਨੂੰ ਵੋਟ ਪਾ ਕੇ ਉਸ ਨੂੰ ਹੀ ਸਰਕਾਰ ਬਣਵਾ ਦਿੰਦੇ ਹਾਂ। ਹੁਣ ਇਹੋ ਜਿਹੀ ਗੱਲ ਦੇਖੀ ਹੈ ਤੁਸੀਂ ਕੋਈ? ਜੇ ਖੋਤਾ ਉਸ ਪੈਸੇ ਤੋਂ ਨਹੀਂ ਜਾਂਦਾ ਜਿੱਥੋਂ ਠੇਡਾ ਖਾ ਲੇ, ਤੇ ਅਸੀਂ 1947 ਤੋਂ ਕਿੰਨੀ ਵਾਰੀ ਠੇਡੇ ਖਾਧੇ ਹੈ, ਫਿਰ ਅਸੀਂ ਉਹੀ ਰਾਹ ਪਏ ਹੋਏ ਹਾਂ। ਤੁਸੀਂ ਲਗਾਤਾਰ ਇਲੈਕਸ਼ਨ ਲੜ ਰਹੇ ਹੋ, ਹੁਣ ਤੁਸੀਂ ਆਪਣੀ ਪਾਰਟੀ ਦਾ ਭਵਿੱਖ ਕੀ ਦੇਖਦੇ ਹੋ? ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ, ਕਿੱਦਾਂ ਦਾ ਸਹਿਯੋਗ ਮਿਲੇਗਾ? ਤੁਸੀਂ ਸਿੱਖਾਂ ਦੇ ਉੱਪਰ ਕਿਹਾ ਕਿ ਉਹ ਆਪਣੀ ਪਾਰਟੀ ਨੂੰ ਵੋਟਾਂ ਹੀ ਨਹੀਂ ਪਾਉਂਦੇ, ਸਰਕਾਰ ਹੀ ਨਹੀਂ ਬਣਾਉਂਦੇ। ਹੁਣ ਤੁਹਾਨੂੰ ਕੀ ਲੱਗਦਾ ਹੈ, ਪੰਜਾਬ ਦੇ ਵਿੱਚ ਬਾਕੀ ਪਾਰਟੀਆਂ ਦਾ ਵੀ ਪੂਰੀ ਤਰ੍ਹਾਂ ਦਫਾੜ ਹੋਈਆਂ ਪਈਆਂ ਨੇ? ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਚੱਲ ਰਿਹਾ, ਅਰੂਸਾ ਦੇ ਉੱਪਰ ਹੀ ਲੜੀ ਜਾਂਦੇ ਨੇ, ਨਾਮ ਦੇ ਉੱਪਰ ਹੀ। ਆਮ ਆਦਮੀ ਪਾਰਟੀ ਵੀ ਪਹਿਲਾਂ ਲੜ ਕੇ ਦੇਖ ਚੁੱਕੀ ਹੈ, ਉਸ ਨੂੰ ਵੀ ਮੌਕਾ ਨਹੀਂ ਮਿਲਿਆ। ਅਕਾਲੀ ਦਲ ਬੇਅਦਬੀ ਦੇ ਮੁੱਦਿਆਂ ਤੇ ਪੂਰੀ ਤਰ੍ਹਾਂ ਘਿਰਿਆ ਹੋਇਆ, ਉਸ ਤੋਂ ਬਾਅਦ ਤੁਹਾਡੀ ਪਾਰਟੀ ਹੈ। ਤੁਹਾਨੂੰ ਕੀ ਲੱਗਦਾ ਹੈ ਇਸ ਵਾਰ ਤੁਹਾਨੂੰ ਕਿੱਦਾਂ ਦਾ ਸਹਿਯੋਗ? ਸਾਹਿਬ ਅਸੀਂ ਤਾਂ ਕੋਸ਼ਿਸ਼ ਕਰ ਸਕਦੇ ਹਾਂ। ਇਹ ਹੁਣ ਕਿਸੇ ਨੂੰ ਕਹਿੰਦੇ ਆ ਕਿ ਘੋੜੇ ਨੂੰ ਪਾਣੀ ਪਿਲਾਉਣ ਲਈ ਤਾਂ ਲੈ ਕੇ ਜਾ ਸਕਦੇ ਹਾਂ, ਪਰ ਜੇ ਘੋੜਾ ਪਾਣੀ ਪੀਊਗਾ ਉਹ ਤਾਂ ਉਹਦੀ ਮਰਜ਼ੀ ਹੈ। ਅਸੀਂ ਤਾਂ ਲੜੀ ਜਾਂਦੇ ਹਾਂ। ਹੁਣ ਮੋਰਚੇ 'ਚ ਬੈਠੇ 114 ਦਿਨਾਂ ਦੇ, ਘਰ ਨਹੀਂ ਦੇਖੇ, ਅੱਜ ਪਹਿਲੀ ਵਾਰੀ ਦੇਖੇ ਇੰਨੇ ਦਿਨਾਂ 'ਚ। ਤੇ ਫਿਰ ਹੁਣ ਕੋਸ਼ਿਸ਼ ਕਰੀ ਜਾਂਦੇ ਹਾਂ ਸਿੱਖ ਕੌਮ ਦੇ ਲਈ। ਜੇ ਸਿੱਖ ਕੌਮ ਨਹੀਂ ਵੋਟ ਦਿੰਦੀ, ਫਿਰ ਉਹ ਸਾਡਾ ਕਸੂਰ ਤਾਂ ਨਹੀਂ ਹੈ। ਠੀਕ ਹੈ ਪ੍ਰਧਾਨ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਮਿਹਰਬਾਨੀ। ਇਸ ਸਰਦਾਰ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ, ਜਿਨ੍ਹਾਂ ਨੇ ਪੰਜਾਬ ਦੇ ਉੱਪਰ ਗੱਲ ਕੀਤੀ ਹੈ ਸਾਡੇ ਨਾਲ ਸਿੱਖ ਮਸਲਿਆਂ ਤੇ ਵੀ ਵਿਚਾਰ ਚਰਚਾ ਕੀਤੀ ਹੈ। ਬੇਅਦਬੀ ਦੇ ਮੁੱਦੇ ਦੇ ਉੱਪਰ ਗੱਲਬਾਤ ਕਰਦੇ ਇਹਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਸਿੱਖ ਆਪਣੀ ਸਰਕਾਰ ਨਹੀਂ ਬਣਾਉਣਗੇ, ਤਦ ਤੱਕ ਨਹੀਂ ਆਪਣਾ ਮੁਲਕ ਨਹੀਂ ਬਣਾਉਣਗੇ, ਜਦੋਂ ਤੱਕ ਆਪਣਾ ਮੁਲਕ ਨਹੀਂ ਬਣਾਉਣਗੇ, ਇਹਨਾਂ ਦਾ ਕਹਿਣਾ ਹੈ, ਤਦ ਤੱਕ ਸਿੱਖਾਂ ਦੇ ਨਾਲ ਇਸੇ ਤਰ੍ਹਾਂ ਧੱਕੇਸ਼ਾਹੀਆਂ ਹੁੰਦੀਆਂ ਰਹਿਣਗੀਆਂ। ਕੈਮਰਾਮੈਨ ਪਰਮਿੰਦਰ ਦੇ ਨਾਲ ਰਣਦੀਪ ਸਿੰਘ ਦਾ ਅਨਮਿਊਟ, ਫਤਿਹਗੜ੍ਹ ਸਾਹਿਬ।